ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਹਰਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖਤ ਦੀ ਉਸਾਰੀ ਕਰਵਾਉਂਦੇ ਨੇ। ਹਰਮੰਦਰ ਸਾਹਿਬ ਹੁਣ ਨੀਵਾਂ ਰੱਖਿਆ ਗਿਆ ਸੀ ਤੇ ਅਕਾਲ ਤਖਤ ਉੱਚੀ ਜਗ੍ਹਾ ਤੇ ਬਣਾਇਆ ਜਾਂਦਾ ਹੈ। ਜਿਹੜਾ ਦਿੱਲੀ ਦਾ ਤਖਤ ਸੀਗਾ ਉਸ ਤੋਂ ਵੀ ਹੁਣ ਜੇ ਆਪਾਂ ਦੇਖਾਂਗੇ ਨਾ, ਜੇ ਮਿਣ ਕੇ ਦੇਖਾਂਗੇ, ਦਿੱਲੀ ਦਾ ਤਖਤ ਵੀ ਹੈਗਾ, ਅਕਾਲ ਤਖਤ ਵੀ ਹੈਗਾ। ਦਿੱਲੀ ਦੇ ਤਖਤ ਨਾਲੋਂ ਵੀ ਉੱਚਾ ਹੈ ਅਕਾਲ ਤਖਤ। ਦਿੱਲੀ ਦਾ ਤਾਂ ਤਖਤ ਦੁਨਿਆਵੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਅਕਾਲ ਪੁਰਖ ਦਾ ਤਖਤ ਹੈ, ਅਕਾਲ ਪੁਰਖ ਦਾ ਤਖਤ ਹੈ ਇਹ। ਤੇ ਅਕਾਲ ਤਖਤ ਤੇ ਹੀ ਗੁਰੂ ਸਾਹਿਬ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ। 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰ ਦੀ, ਕਿ ਇੱਕ ਤਲਵਾਰ ਮੀਰੀ ਦੀ ਆ, ਇੱਕ ਤਲਵਾਰ ਪੀਰੀ ਦੀ ਆ। ਉਹ ਕਹਿੰਦੇ ਸੀ ਕਿ ਹਰਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ ਤੇ ਉਹਦੇ ਚਰਨਾਂ 'ਚ ਬਣਿਆ ਹੈ ਸ਼ਕਤੀ ਦਾ ਕੇਂਦਰ। ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਇੱਥੇ ਰਹਿੰਦੇ ਨੇ ਤੇ ਜੰਗਾਂ ਲੜਦੇ ਨੇ ਮੁਗਲਾਂ ਦੇ ਖਿਲਾਫ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਜਾਂਦੇ ਨੇ ਕੀਰਤਪੁਰ। ਕੀਰਤਪੁਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਨੇ, ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਪ੍ਰਬੰਧ ਆ ਜਾਂਦਾ ਹੈ ਪ੍ਰਿਥੀ ਚੰਦ ਦੇ ਵਾਰਸਾਂ ਕੋਲ। ਪ੍ਰਿਥੀ ਚੰਦ ਜਿਹੜਾ ਕਿ ਪਹਿਲਾਂ ਹੀ ਹੜਪਣਾ ਚਾਹੁੰਦਾ ਸੀ ਸਾਰੀ ਸੇਵਾ ਸੰਭਾਲ। 65 ਸਾਲ ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਚ, ਸੰਗਤਾਂ ਦੀ ਬੇਨਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਭਾਈ ਮਨੀ ਸਿੰਘ ਨੂੰ ਹਰਮੰਦਰ ਸਾਹਿਬ ਭੇਜਿਆ ਤੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਵਿੱਤਰ ਸਥਾਨ ਤੇ ਸਰੀਰਕ ਰੂਪ 'ਚ ਨਹੀਂ ਆਉਂਦੇ। ਵੈਸੇ ਤਾਂ ਹਰਮੰਦਰ ਸਾਹਿਬ 10 ਗੁਰੂਆਂ ਦੀ ਜੋਤ ਹੁਣ ਵੀ ਹਾਜ਼ਰ ਨਾਜ਼ਰ ਹੈ, ਪਰ ਜੇ ਸਰੀਰਕ ਰੂਪ 'ਚ ਦੇਖੀਏ ਤਾਂ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਵਿੱਤਰ ਸਥਾਨ ਤੇ ਨਹੀਂ ਆਏ। ਗੁਰੂ ਤੇਗ ਬਹਾਦਰ ਜੀ ਵੀ ਜਦੋਂ ਆਉਂਦੇ ਨੇ ਤਾਂ ਉਦੋਂ ਪ੍ਰਿਥੀ ਚੰਦ ਦੇ ਵਾਰਸਾਂ ਨੇ ਦਰਵਾਜ਼ੇ ਬੰਦ ਕਰ ਲਏ ਸੀਗੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਵੜਨ ਦਿੱਤਾ ਸੀਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਬਚਨ ਕੀਤੇ ਸੀਗੇ ਕਿ ਅੰਬਰ ਸਰੀਏ ਅੰਦਰ ਸੜੀਏ, ਮਾਈਆਂ ਰੱਬ ਰਚਾਈਆਂ, ਕਿਉਂਕਿ ਮਾਈਆਂ ਨੇ ਬਹੁਤ ਸੇਵਾ ਕੀਤੀ ਸੀਗੀ। ਫਿਰ ਵੇਲਾ ਆ ਜਾਂਦਾ ਹੈ ਗੁਰੂ ਕਾਲ ਤੋਂ ਬਾਅਦ ਦਾ ਵੇਲਾ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 18ਵੀਂ ਸਦੀ 'ਚ ਜਿੱਥੇ ਸਿੱਖਾਂ ਨੇ ਆਪਣੇ ਪਿੰਡਿਆਂ ਤੇ ਬਹੁਤ ਜ਼ੁਲਮ ਸਹੇ, ਉਦੋਂ ਹੀ ਇਹ ਪਵਿੱਤਰ ਸਥਾਨ ਨੇ ਵੀ ਬਹੁਤ ਕੁਝ ਦੇਖਿਆ। 18ਵੀਂ ਸਦੀ 'ਚ 10 ਵਾਰ ਹਮਲਾ ਹੋਇਆ ਹਰਮੰਦਰ ਸਾਹਿਬ ਤੇ। ਕਿੰਨੇ ਹੀ ਵਾਰ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ ਤੇ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਬੁਰੇ ਤਰੀਕੇ ਨਾਲ ਇਹ ਜ਼ਾਲਮਾਂ ਨੇ ਬੇਅਦਬੀਆਂ ਕੀਤੀਆਂ ਤੇ ਹਮੇਸ਼ਾ ਸਿੱਖਾਂ ਨੇ ਹਰਮੰਦਰ ਸਾਹਿਬ ਵਾਸਤੇ ਆਪਣਾ ਖੂਨ ਡੋਲਿਆ ਤੇ ਕੁਰਬਾਨੀਆਂ ਦਿੱਤੀਆਂ। ਜ਼ਕਰੀਆ ਖਾਨ ਵੇਲੇ ਸਭ ਤੋਂ ਜ਼ਿਆਦਾ ਜ਼ੁਲਮ ਹੋਇਆ। ਜ਼ਕਰੀਆ ਖਾਨ ਨੇ ਹੀ ਭੇਜਿਆ ਸੀਗਾ ਮੱਸੇ ਰੰਗੜ ਨੂੰ। ਮੱਸੇ ਰੰਗੜ ਨੇ ਆ ਕੇ ਕੀ ਕੁਛ ਕੀਤਾ ਇਸ ਜਗ੍ਹਾ ਤੇ, ਉਹ ਆਪਾਂ ਨੂੰ ਸਭ ਨੂੰ ਪਤਾ ਹੈ। ਅਸੀਂ ਇੱਕ ਅਲੱਗ ਤੋਂ ਵੀ ਵੀਡੀਓ ਇਸ ਤੇ ਬਣਾਈ ਹੋਈ ਆ, ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਕਿਵੇਂ ਮੱਸੇ ਰੰਗੜ ਨੂੰ ਸੋਧਿਆ। ਉਹ ਸਾਰੀ ਵੀਡੀਓ ਬਣਾਈ ਹੋਈ ਆ, ਉਹ ਤੁਸੀਂ ਦੇਖ ਸਕਦੇ ਹੋ। ਜ਼ਕਰੀਆ ਖਾਨ ਦੇ ਵੇਲੇ ਹੀ ਸੀਗਾ ਇੱਕ ਜਸਪਤ ਰਾਏ। ਜਸਪਤ ਰਾਏ ਸਿੱਖਾਂ ਤੇ ਬਹੁਤ ਜ਼ੁਲਮ ਕਰਦਾ ਹੁੰਦਾ ਸੀ। ਜਸਪਤ ਰਾਏ ਨੂੰ ਜਦੋਂ ਸਿੱਖਾਂ ਨੇ ਸੋਧਾ ਲਾਇਆ ਤਾਂ ਉਹਦਾ ਵੱਡਾ ਭਰਾ ਲਖਪਤ ਰਾਏ ਜ਼ਕਰੀਆ ਖਾਨ ਦੇ ਦਰਬਾਰ 'ਚ ਜਾਂਦਾ ਹੈ। ਲਖਪਤ ਰਾਏ ਆਪਦੀ ਪੱਗ ਉਤਾਰ ਕੇ ਜ਼ਕਰੀਆ ਖਾਨ ਦੇ ਪੈਰਾਂ 'ਚ ਰੱਖਦਾ ਹੈ ਕਿ ਮੈਂ ਪੱਗ ਹੁਣ ਉਦੋਂ ਹੀ ਪਾਉਂਗਾ ਕਿ ਜਦੋਂ ਮੈਂ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੂੰਗਾ। ਲਖਪਤ ਰਾਏ ਫਿਰ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਹੈ, ਦਰਬਾਰ ਸਾਹਿਬ ਨੂੰ ਬਿਲਕੁਲ ਪੂਰ ਦਿੰਦਾ ਹੈ, ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਸ ਤੋਂ ਬਾਅਦ ਫਿਰ ਆਉਂਦਾ ਹੈ ਅਬਦਾਲੀ। ਅਬਦਾਲੀ ਦਾ ਜਦ ਸਿੱਖਾਂ ਨਾਲ ਵੈਰ ਪਿਆ ਤਾਂ ਅਬਦਾਲੀ ਨੇ ਪਹਿਲਾਂ ਡਿਊਟੀ ਲਾਈ ਆਪਦੇ ਪੁੱਤ ਤੈਮੂਰ ਖਾਨ ਦੀ ਤੇ ਜਹਾਨ ਖਾਨ ਦੀ। ਤੈਮੂਰ ਖਾਨ ਤੇ ਜਹਾਨ ਖਾਨ ਉਹਨਾਂ ਨੇ ਵੀ ਫਿਰ ਉਹੀ ਕੰਮ ਕੀਤਾ, ਹਰਮੰਦਰ ਸਾਹਿਬ ਦੇ ਸਰੋਵਰ ਨੂੰ ਗੰਦਗੀ ਨਾਲ, ਜਾਨਵਰਾਂ ਦੀਆਂ ਹੱਡੀਆਂ ਨਾਲ, ਪਤਾ ਨਹੀਂ ਕਿਹੜੀਆਂ ਚੀਜ਼ਾਂ ਨਾਲ ਭਰ ਦਿੱਤਾ। ਇਹ ਗੱਲ ਫਿਰ ਦਮਦਮਾ ਸਾਹਿਬ ਬੈਠੇ ਬਾਬਾ ਦੀਪ ਸਿੰਘ ਨੂੰ ਪਤਾ ਚੱਲੀ ਸੀ ਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਆਪਣੀ ਸ਼ਹਾਦਤ ਦਿੱਤੀ ਸੀਗੀ। ਉਸ ਤੋਂ ਬਾਅਦ ਅਬਦਾਲੀ ਫੇਰ ਨਹੀਂ ਰੱਜਿਆ। ਵੱਡੇ ਘੱਲੂਘਾਰੇ ਦੇ ਸਮੇਂ ਜਦੋਂ ਅਬਦਾਲੀ ਨੇ ਇੱਕ ਦਿਨ 'ਚ ਲਗਭਗ 25,000 ਸਿੱਖ ਸ਼ਹੀਦ ਕਰ ਦਿੱਤੇ ਸੀ, ਅੱਧੀ ਕੌਮ ਸ਼ਹੀਦ ਕਰ ਦਿੱਤੀ ਸੀ ਇੱਕ ਦਿਨ 'ਚ। ਉਸ ਤੋਂ ਬਾਅਦ ਜਾਂਦਾ ਹੋਇਆ ਕਿ ਸਿੱਖ ਹੁਣ ਸਿਰ ਨਾ ਚੱਕ ਸਕਣ ਆਪਦਾ। ਉਸ ਤੋਂ ਬਾਅਦ ਕਾਬਲ ਨੂੰ ਵਾਪਸ ਜਾਂਦਾ ਹੋਇਆ ਅੰਮ੍ਰਿਤਸਰ ਪਹੁੰਚਦਾ ਹੈ ਤੇ ਹਰਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ ਸੀ ਇਸ ਪਾਪੀ ਨੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ, ਕਿ ਸਿੱਖਾਂ ਦੀ ਤਾਂ ਮੈਂ ਅੱਧੀ ਆਬਾਦੀ ਨੂੰ ਖਤਮ ਕਰ ਚੱਲਿਆ, ਕਿ ਸਿੱਖਾਂ ਦੀ ਇਹ ਇਮਾਰਤ ਨੂੰ ਵੀ ਮੈਂ ਢਹਿ ਢੇਰੀ ਕਰ ਜਾਵਾਂ ਤਾਂ ਜੋ ਸਿੱਖ ਆਉਣ ਵਾਲੀਆਂ ਕਈ ਪੀੜ੍ਹੀਆਂ ਆਪਦਾ ਸਿਰ ਨਾ ਚੱਕ ਸਕਣ।
ਪਰ ਉਹ ਭੁੱਲ ਗਿਆ ਸੀਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਥਾਪੀ ਹੋਈ ਕੌਮ ਆ, ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੇ, ਇਹ ਕਦੇ ਹਾਰ ਨਹੀਂ ਸਕਦੇ। ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੇ ਫਿਰ ਇਹ ਇਮਾਰਤ ਦੀ ਦੁਬਾਰਾ ਉਸਾਰੀ ਕਰਾਈ ਸੀ। ਇਹ ਵੀ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਜਿਹੜੀ ਹੁਣ ਹਰਿਮੰਦਰ ਸਾਹਿਬ ਦੀ ਇਮਾਰਤ ਆ, ਇਹ ਉਹ ਨਹੀਂ ਹੈਗੀ ਜਿਹੜੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਬਣੀ ਸੀਗੀ। ਗੁਰੂ ਅਰਜਨ ਦੇਵ ਜੀ ਦੇ ਵੇਲੇ ਬਣੀ ਹੋਈ ਇਮਾਰਤ ਨੂੰ ਅਬਦਾਲੀ ਨੇ ਬਿਲਕੁਲ ਢਹਿ ਢੇਰੀ ਕਰ ਦਿੱਤਾ ਸੀਗਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੇ ਫਿਰ ਅਬਦਾਲੀ ਤੋਂ ਇਸ ਚੀਜ਼ ਦਾ ਬਦਲਾ ਲਿਆ। ਸਰਹੰਦ ਸ਼ਹਿਰ ਨੂੰ ਫਤਿਹ ਕੀਤਾ, ਅਬਦਾਲੀ ਦਾ ਲਾਇਆ ਹੋਇਆ ਗਵਰਨਰ ਉਹਨੂੰ ਗੱਡੀ ਚੜਾਇਆ ਤੇ ਉੱਥੋਂ ਲੁੱਟਿਆ ਹੋਇਆ ਜਿਹੜਾ ਧਨ ਸੀਗਾ ਉਹ ਫਿਰ ਸਾਰਾ ਪ੍ਰਕਰਮਾਂ 'ਚ ਚਾਦਰ ਵਿਛਾਈ ਗਈ। 7 ਲੱਖ ਰੁਪਇਆ ਉਸ ਚਾਦਰ ਤੇ ਢੇਰੀ ਕਰਤਾ ਸੀਗਾ ਜੱਸਾ ਸਿੰਘ ਆਹਲੂਵਾਲੀਆ ਨੇ। ਉਹ ਸਾਰੇ ਫਿਰ ਪੈਸੇ ਦਿੱਤੇ ਗਏ ਕਰੋੜੀ ਮੱਲ ਨੂੰ ਤੇ ਮਿਸਤਰੀ ਭਾਈ ਦੇਸ ਰਾਜ ਦੀ ਡਿਊਟੀ ਲਾਈ ਗਈ ਹਰਿਮੰਦਰ ਸਾਹਿਬ ਦੀ ਨਵੇਂ ਸਿਰੇ ਤੋਂ ਉਸਾਰੀ ਕਰਨ ਦੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਫਿਰ ਮੁੜ ਤੋਂ ਉਸਾਰੀ ਕਰਵਾਈ ਹਰਿਮੰਦਰ ਸਾਹਿਬ ਦੀ। ਬੜੀ ਮਜ਼ਬੂਤੀ ਨਾਲ ਫਿਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਗਈ। ਨਾਨਕਸ਼ਾਹੀ ਇੱਟ ਲਗਾਈ ਗਈ, 1 ਇੰਚ ਮੋਟੀ, 3 ਇੰਚ ਚੌੜੀ ਤੇ 18 ਇੰਚ ਲੰਬੀ ਨਾਨਕਸ਼ਾਹੀ ਇੱਟ ਲਗਾਈ ਗਈ। ਗੁਰੂ ਸਾਹਿਬ ਦੇ ਵਚਨ ਹੁਣ ਯਾਦ ਆ ਜਾਂਦੇ ਨੇ ਕਿ ਕੱਚਾ ਬਣਿਆ ਏ ਕਿ ਢਹਿ ਕੇ ਪੱਕਾ ਬਣੂਗਾ। ਹੁਣ ਇੰਨੀ ਕੁ ਮਜ਼ਬੂਤੀ ਨਾਲ ਬਣਿਆ ਹੋਇਆ ਹੈ ਹਰਿਮੰਦਰ ਸਾਹਿਬ, ਇਹ ਗੁਰੂ ਸਾਹਿਬ ਦੇ ਵਚਨ ਨੇ। ਉਦੋਂ ਬਾਅਦ ਫਿਰ ਅਬਦਾਲੀ ਇੱਕ ਵਾਰ ਫੇਰ ਆਉਂਦਾ ਹੈ ਹਰਿਮੰਦਰ ਸਾਹਿਬ ਫਿਰ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਾਮਯਾਬ ਨਹੀਂ ਹੋ ਪਾਉਂਦਾ। ਫਿਰ ਹਰਿਮੰਦਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲ ਹੀ ਰਿਹਾ। ਸਮੇਂ-ਸਮੇਂ ਤੇ ਫਿਰ ਅੱਡ-ਅੱਡ ਮਿਸਲਾਂ ਨੇ ਸੇਵਾ ਸੰਭਾਲ ਕੀਤੀ ਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਆਪਣੇ ਨਾਮ ਦੇ ਬੁੰਗੇ ਵੀ ਉਸਾਰੇ। ਜਿਹੜੀ ਸੋਨੇ ਦੀ ਸੇਵਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਹੀ ਕਰਵਾਈ ਸੀਗੀ। ਉਹਨਾਂ ਟਾਈਮਾਂ ਤੇ 750 ਕਿਲੋ ਸੋਨਾ ਲੱਗਿਆ ਸੀਗਾ, 5 ਲੱਖ ਰੁਪਏ ਦਾ ਖਰਚਾ ਆਇਆ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਭਾਰਤ ਦੇ ਸਭ ਤੋਂ ਵਧੀਆ ਮਿਸਤਰੀ ਬੁਲਾਏ। ਯਾਰ ਮੁਹੰਮਦ ਖਾਨ ਜਿਹੜਾ ਮੁੱਖ ਮਿਸਤਰੀ ਸੀਗਾ, ਉਹਨੇ ਸਾਰਾ ਕੰਮ ਜਿਹੜਾ ਸੋਨੇ ਦਾ ਹੈ ਉਹ ਕੀਤਾ ਗਿਆ ਹੈ। ਬਾਕੀ ਜਿਹੜੇ ਹੋਰ ਨਾਲ ਮਿਸਤਰੀ ਆਏ ਸੀਗੇ ਬਹੁਤ ਟੌਪ ਦੇ ਮਿਸਤਰੀ ਸੀਗੇ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਸੀ ਮਿਸਤਰੀਆਂ ਨੂੰ ਕਿ ਜਿਹੜਾ ਹਰਿਮੰਦਰ ਸਾਹਿਬ ਦੀ ਤੁਸੀਂ ਕਾਰੀਗਰੀ ਕਰੋਗੇ, ਇਹਦੇ ਚੋਂ ਨਾ ਤਾਂ ਮੁਗਲਾਂ ਦੀ ਝਲਕ ਪਵੇ ਨਾ ਹੀ ਹਿੰਦੂ ਮੰਦਰਾਂ ਦੀ ਕੋਈ ਝਲਕ ਪਵੇ, ਕਿਉਂਕਿ ਉਸ ਟਾਈਮ ਤੇ ਜਿਹੜੀ ਕਾਰੀਗਰੀ ਕੀਤੀ ਜਾਂਦੀ ਸੀ ਉਹ ਮੁਗਲਾਂ ਦੇ ਜਿਹੜੇ ਕਿਲੇ ਹੁੰਦੇ ਸੀ ਉਹਨਾਂ 'ਚ ਬਹੁਤ ਹੀ ਸੋਹਣੀ ਮੀਨਾਕਾਰੀ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਪੈਸ਼ਲ ਇਹ ਗੱਲ ਕਹੀ ਸੀ ਕਿ ਮੈਨੂੰ ਇਹਦੇ 'ਚ ਬਿਲਕੁਲ ਵਿਲੱਖਣਤਾ ਨਜ਼ਰ ਆਉਣੀ ਚਾਹੀਦੀ ਹੈ। ਹੁਣ ਵੀ ਜੇ ਤੁਸੀਂ ਬਹੁਤ ਧਿਆਨ ਨਾਲ ਜਾ ਕੇ ਦੇਖੋਗੇ, ਬਾਰੀਕੀਆਂ ਦੇਖੋਗੇ ਤਾਂ ਤੁਹਾਨੂੰ ਜਿਹੜੀ ਮੀਨਾਕਾਰੀ ਹੈ ਇਹ ਸਿਰਫ ਹਰਿਮੰਦਰ ਸਾਹਿਬ 'ਚ ਹੀ ਮਿਲੂਗੀ, ਹੋਰ ਕਿਸੇ ਨਾਲ ਮੈਚ ਨਹੀਂ ਕਰਦੀ ਹੈਗੀ। ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਭੰਗੀ ਸਰਦਾਰਾਂ ਨੇ ਵੀ ਸੇਵਾ ਨਿਭਾਈ ਤੇ ਮਹਾਰਾਜਾ ਖੜਕ ਸਿੰਘ ਨੇ ਵੀ ਸੇਵਾ ਨਿਭਾਈ ਤੇ ਹੋਰ ਸਿੱਖ ਸਰਦਾਰਾਂ ਨੇ ਵੀ ਆਪਣੀ ਸੇਵਾ ਨਿਭਾਈ ਤੇ ਫਿਰ ਕਾਫੀ ਟਾਈਮ ਲਈ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕੀਤੀ ਮਹੰਤਾਂ ਨੇ ਬਹੁਤ ਵਧੀਆ ਸੇਵਾ ਸੰਭਾਲ ਕੀਤੀ ਤੇ ਬਾਅਦ ਚੋਂ ਕਈ ਮਹੰਤਾਂ ਨੇ ਬਹੁਤ ਗੜਬੜੀਆਂ ਵੀ ਕੀਤੀਆਂ। ਅੰਗਰੇਜ਼ ਆਏ, ਅੰਗਰੇਜ਼ ਆਪ ਦਾ ਸਰਬਰਾਹ ਲਾ ਦਿੰਦੇ ਸੀਗੇ। ਸਿੱਖਾਂ ਕੋਲੋਂ ਇੱਕ ਵਾਰ ਫਿਰ ਉਹਨਾਂ ਦੇ ਮੁਕੱਦਸ ਸਥਾਨ ਦਾ ਪ੍ਰਬੰਧ ਚਲਾ ਗਿਆ। ਜੋ ਘਟਨਾਵਾਂ ਹਰਿਮੰਦਰ ਸਾਹਿਬ 'ਚ ਹੋ ਰਹੀਆਂ ਸੀਗੀਆਂ, ਸਿੱਖ ਬਹੁਤ ਨਿਰਾਸ਼ ਸੀਗੇ ਇਸ ਚੀਜ਼ ਤੋਂ ਤੇ ਇੱਕ ਵਾਰ ਫਿਰ ਇਸ ਪਵਿੱਤਰ ਸਥਾਨ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਗੁਰਦੁਆਰਾ ਸੁਧਾਰ ਲਹਿਰ ਚਲਾਈ ਜਾਂਦੀ ਆ ਤੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਇੱਕ ਵਾਰ ਫਿਰ ਸੇਵਾ ਸੰਭਾਲ ਆ ਜਾਂਦੀ ਆ ਸਿੱਖਾਂ ਦੇ ਕੋਲ ਤੇ ਆਖਰ ਇਸੇ ਹੀ ਲਹਿਰ ਚੋਂ ਅਕਾਲੀ ਦਲ ਦਾ ਜਨਮ ਹੁੰਦਾ ਹੈ ਤੇ 1925 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੁੰਦਾ ਹੈ। ਉਸ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹਰਿਮੰਦਰ ਸਾਹਿਬ ਦੀ ਪੂਰੀ ਸੇਵਾ ਸੰਭਾਲ ਦੇਖ ਰਹੀ ਆ। ਉਸ ਤੋਂ ਬਾਅਦ ਆਉਂਦਾ ਹੈ 1984 ਦਾ ਉਹ ਕਾਲਾ ਦੌਰ ਜਦੋਂ ਭਾਰਤੀ ਹਕੂਮਤ ਆਪਰੇਸ਼ਨ ਬਲੂ ਸਟਾਰ ਦੇ ਤਹਿਤ ਹਰਿਮੰਦਰ ਸਾਹਿਬ ਤੇ ਹਮਲਾ ਕਰਦੀ ਆ। ਇਸ ਪਵਿੱਤਰ ਸਥਾਨ ਅੱਗੇ ਸਮੁੱਚੀ ਮਾਨਵਤਾ ਦਾ ਸਿਰ ਝੁਕਦਾ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਸੀਗਾ ਹਰਿਮੰਦਰ ਸਾਹਿਬ ਦਾ ਇਤਿਹਾਸ ਦੱਸਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕ।